गुरु वाहेगुरु वाहेगुरु साहिब जी। फल गुण आनंद उपार्जना हर सज्जन प्रगटे आए। संत सहाई राम के कर कृपा दिया मिलाए। सेज सुहावी सर्ब सुख हुण दुखा नाही जाए। इश पुनी वड भागणी वर पाया हर राय। मिल सहिया मंगल गावही गीत गोविंद अलाय। हर जे हाय अवर ना दिसाई कोई दूजा लवे न लाए। हलत पलत सवारियन निहचल दिति अनजाए। संसार सागर ते रखिया न बहुड़ न जन्मै धाय। जेवा एक अनेक गुण तरे नानक चरणी पाए। फल गुण नित सलाहिए जिसनो तिल ना तमाए। जिहवा एक अनेक गुण तरे नानक चरणी पाए। फल गुण नित सलाहिए जिसनो तिल ना तमाए। ज़हरा ज़हूर हाजरा हजूर सर्व कला भरपूर समर्थ गुरु लोक परलोक दे रक्षक भगत वशल बाणी के बोहित कलयुग दे अवतार ज्ञान दा सागर समर्थ प्रतख सतगुरु श्री गुरु ग्रंथ साहिब महाराज जी की पावन पवित्र हजूरी गोद दे विच गुर शब्द दे नाल जुड़ बैठी गुरु प्यारी साध संगत जी धनता दे योग आप जी बड़ भागे हो। गुरु महाराज जी ने मेहर की दया की है। जीवन स्वास तंदुरुस्तियां उदम इशनान बख्शिया। भागा वाले हाँ जो गुरु की गोद विच बैठे हाँ गुरबाणी दे नाल जुड़ रहे हाँ। माघ महीने की समाप्ति तो बाद अज फलगुन मतलब फग्गण दी महीने की शुरुआत हुई है। रमदा हुई है। सो आप जी ने गुरबाणी का पावन पवित्र शब्द इस महीने का श्रवण किया। आओ शब्द ही विचार गुरमत गुरबाणी सानू की दसदी है। इसकी विचार गुरु कृपा करन आप जी श्रवण करो। फलगुन आनंद उपार्जना हर सज्जन प्रगटे आए। पातशाह जी फरमान करते हैं सियाल दी करड़ी सर्दी तो बाद फग्गण दे महीनियां विच होला होलियां ठंड की जड़ी है वो प्रभाव जिहड़ा ठंड का वो घटना शुरू हो जाता है। रौनक जही आसे पासे आरंभ हो जाती है। रौनक पहला भी होंदी है पर ज्यों ज्यों मौसम बदलता है हर एक रुत का अपना अपना महत्व है।
ਸਿਆਲ ਦਾ ਆਪਣਾ, ਬਸੰਤ ਦਾ ਆਪਣਾ, ਪਤਝੜ ਦਾ ਆਪਣਾ। ਰੁੱਤ ਮਹਾਰਾਜ ਜੀ ਨੇ ਕਿਹਾ ਕੋਈ ਵੀ ਮਾੜੀ ਨਹੀਂ, ਸਭੇ ਰੁੱਤੀ ਚੰਗੀਆਂ। ਰੁੱਤ ਕੋਈ ਨਹੀਂ ਮਾੜੀ, ਰੁੱਤ ਸਾਰੀਆਂ ਹੀ ਚੰਗੀਆਂ ਹਨ। ਸੋ ਬਸੰਤ ਰਿਤੂ ਦੀ ਆਰੰਭਤਾ ਹੁੰਦੀ ਹੈ, ਫੱਗਣ ਦਾ ਮਹੀਨਾ ਆਰੰਭ ਹੁੰਦਾ ਹੈ ਤੇ ਖੁਸ਼ੀਆਂ, ਮਤਲਬ ਜਿਹੜੇ ਪੱਤੇ ਝੜ ਚੁੱਕੇ ਹੁੰਦੇ ਹਨ, ਜੋ ਪੱਤੇ ਝੜ ਜਾਂਦੇ ਹਨ ਸਿਆਲ ਦੀ ਆਰੰਭਤਾ ਵੇਲੇ, ਉਹ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਆਰੰਭਤਾ ਹੋ ਜਾਂਦੀ ਹੈ। ਬਸੰਤ ਰੁੱਤ ਦੇ ਵਿੱਚ ਪਤਝੜ ਦੇ ਵਿੱਚ ਪੱਤੇ ਝੜਦੇ ਹਨ ਤੇ ਬਸੰਤ ਰੁੱਤ ਦੇ ਵਿੱਚ ਹਰਿਆਵਲ ਆਉਂਦੀ ਹੈ। ਹਰਿਆਵਲ ਇੱਕ ਆਸ ਦਾ ਪ੍ਰਤੀਕ ਹੈ। ਹਰਿਆਵਲ ਆਸ ਦਾ ਪ੍ਰਤੀਕ ਹੈ। ਜਿਸ ਦੇ ਜੀਵਨ ਦੇ ਵਿੱਚ ਆਸ ਹੈ, ਉਸ ਦੇ ਜੀਵਨ ਵਿੱਚ ਆਨੰਦ ਹੈ। ਜਿਸ ਦੇ ਜੀਵਨ ਦੇ ਵਿੱਚ ਆਸ ਹੈ, ਉਸ ਦੇ ਜੀਵਨ ਵਿੱਚ ਆਨੰਦ ਹੈ। ਜਿਸ ਦੇ ਜੀਵਨ ਦੇ ਵਿੱਚ ਨਿਰਾਸ਼ ਹੈ, ਉਸ ਦਾ ਜੀਵਨ ਖਰਾਬ ਹੈ। ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ। ਜੋ ਵਸਤੂ ਅੱਜ ਸਾਡੇ ਕੋਲ ਨਹੀਂ, ਅਸੀਂ ਆਸ ਕਰਦੇ ਹਾਂ, ਗੁਰੂ ਤੇ ਆਸ ਕਰਦੇ ਹਾਂ, ਆਪਣਿਆਂ ਤੇ, ਵੀ ਸਾਡੀ ਇਹ ਆਸ ਸਾਡਾ ਸਤਿਗੁਰ ਜਾਂ ਕਿਸੇ ਪਾਸੇ ਪੂਰੀ ਹੋ ਜਾਏਗੀ। ਜਿਵੇਂ ਗਰਜ ਹੁੰਦੀ ਹੈ, ਗਰਜ ਦੇ ਲਈ ਅਸੀਂ ਆਪਣੇ ਭੈਣ ਭਰਾਵਾਂ ਤੋਂ ਮਦਦ ਵੀ ਮੰਗਦੇ ਹਾਂ, ਪਰ ਉਹ ਚੀਜ਼ਾਂ ਜਿਹੜੀਆਂ ਸਾਡੇ ਵੱਸ ਨਹੀਂ, ਉਹ ਗੁਰੂ ਕੋਲ ਮਿਲਦੀਆਂ ਨੇ। ਸੋ ਇਸ ਲਈ ਜ਼ਿੰਦਗੀ ਦੇ ਵਿੱਚ ਆਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਨੰਦ ਦਾ ਹੋਣਾ ਬਹੁਤ ਜ਼ਰੂਰੀ ਹੈ। ਸ਼ਬਦ ਦੀ ਆਰੰਭਤਾ ਹੋ ਰਹੀ ਹੈ। ਫਲਗੁਣ ਆਨੰਦੇ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੱਜਣ ਉਸ ਪਤੀ, ਉਸ ਪ੍ਰਮਾਤਮਾ ਨੂੰ ਆਖਿਆ। ਸੱਜਣ ਉਸ ਪਤੀ ਪ੍ਰਮਾਤਮਾ ਨੂੰ ਜਾਂ ਪਿਤਾ ਪ੍ਰਮਾਤਮਾ ਨੂੰ ਆਖਿਆ। ਸੱਜਣ ਦੇ ਪ੍ਰਗਟ ਹੋਣ ਬਾਰੇ ਆਖਿਆ। ਇਹ ਪੰਕਤੀ ਤੇ ਬਹੁਤ ਸਿੰਪਲ ਹੈ। ਹਰ ਸੱਜਣ ਪ੍ਰਗਟੇ ਆਏ। ਸੱਜਣ ਦਾ ਪ੍ਰਗਟ ਹੋ ਜਾਣਾ, ਜੀਵਨ ਦੇ ਵਿੱਚ ਕਿਸੇ ਸੱਜਣ ਦਾ ਆ ਜਾਣਾ, ਕਿਉਂਕਿ ਗੁਰਮੁਖ ਢੂੰਡਿੰਦਿਆਂ ਹਰ ਸੱਜਣ ਲੱਧਾ ਰਾਮ ਰਾਮ ਜੀ। ਸੱਜਣ ਜਿਹੜੇ ਨੇ ਦੁਨੀਆ ਦੇ ਵਿੱਚ ਬਹੁਤ ਘੱਟ ਮਿਲਦੇ ਨੇ, ਹੋਰ ਬਹੁਤ ਮਿਲ ਜਾਂਦੇ ਨੇ। ਬਾਬਾ ਫਰੀਦ ਜੀ ਦੀ ਵੀ ਪੰਕਤੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਢੂੰਡਿੰਦੀ ਨਾ ਲਾਹਾਂ ਧੁੱਖਾਂ ਜਿਉ ਮਾਲੀਨ, ਕਾਰਨ ਤਿਨਾ ਮਾਂ ਫਿਰੀ। ਸੱਚਾ ਸੱਜਣ ਮੁਸ਼ਕਲ ਨਾਲ ਮਿਲਦਾ ਹੈ। ਤੇ ਸਾਨੂੰ ਰੋਜ਼ ਮਹਾਰਾਜ ਜੀ ਦੱਸਦੇ ਨੇ ਵੀ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਈ ਹੈ ਸਭਨਾਂ ਦਾ ਵਿਸ਼ਾ। ਜਿਹੜਾ ਸਤਿਗੁਰੂ ਸੱਜਣ ਹੈ, ਧਿਆਨ ਦੇਣਾ, ਬੜੀ ਪਿਆਰੀ ਪੰਕਤੀ ਦੀ ਆਰੰਭਤਾ ਹੋਈ। ਜਿਹੜਾ ਸਤਿਗੁਰੂ ਸੱਜਣ ਹੈ, ਇਹ ਕਦੀ ਨਿਰਾਸ਼ ਨਹੀਂ ਕਰਦਾ। ਦੁਨੀਆ ਦੇ ਵਿੱਚ ਸੱਜਣ ਨਿਰਾਸ਼ ਕਰ ਸਕਦੇ ਨੇ। ਅੱਜ ਆਸ ਵਾਲੇ ਨੇ, ਕੱਲ ਨਿਰਾਸ਼ ਕਰ ਸਕਦੇ ਨੇ। ਪਰ ਸੱਜਣ ਸੱਚਾ ਪਾਤਸ਼ਾਹ ਜਿਹੜਾ ਉਹ ਕਦੀ ਨਿਰਾਸ਼ ਨਹੀਂ ਕਰਦਾ। ਉਹ ਤੇ ਮਹਾਰਾਜ ਜੀ ਕਹਿੰਦੇ ਨੇ, ਉਹਨਾਂ ਨੂੰ ਵੀ ਪਾਤਸ਼ਾਹ ਜੀ ਕਹਿੰਦੇ ਪਾਲਦਾ ਹੈ, ਉਹਨਾਂ ਨੂੰ ਵੀ ਦਿੰਦਾ ਹੈ ਜੋ ਅਕਿਰਤ ਕਣ ਹਨ। ਪਾਲੈ ਅਕਿਰਤ ਕਣ, ਤੂੰ ਸਮਰੱਥ ਵੱਡਾ, ਮੇਰੀ ਮਦ ਥੋੜੀ ਰਾਮ। ਪਾਲੈ ਅਕਿਰਤ ਕਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਮਤਲਬ ਜਗਿਆਸੂ ਦੇ ਅੰਦਰ ਜਾਂ ਜੀਵ ਇਸਤਰੀਆਂ ਦੇ ਅੰਦਰ, ਉਹਨਾਂ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਸੱਜਣ ਮਿਲ ਚੁੱਕਾ ਹੈ। ਬੜੀ ਪਿਆਰੀ ਪੰਕਤੀ ਰੋਜ਼ ਸ਼ਾਮ ਨੂੰ ਪੜ੍ਹਦੇ ਹਾਂ। ਤਰਸ ਪਿਆ ਮਹਿਰਾਮਦ ਹੋਈ, ਸਤਿਗੁਰੂ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਗੁਰੂ ਮਹਾਰਾਜ ਜੀ ਕਹਿੰਦੇ, ਜੇ ਜੀਵਨ ਦੇ ਵਿੱਚ ਸਤਿਗੁਰੂ ਸੱਜਣ ਪ੍ਰਗਟ ਨਹੀਂ ਹੋਇਆ, ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ।
ਉਹ ਜੀਵਨ ਦੇ ਵਿੱਚ ਖੁਸ਼ਹਾਲੀ ਨਹੀਂ, ਉਸ ਚਿਹਰੇ ਦੇ ਉੱਪਰ ਖੁਸ਼ਹਾਲੀ ਨਹੀਂ, ਉਸ ਜੀਵਨ ਦੇ ਵਿੱਚ ਖੁਸ਼ਹਾਲੀ ਨਹੀਂ, ਉਸ ਸਰੀਰ ਦੇ ਵਿੱਚ ਖੁਸ਼ਹਾਲੀ ਨਹੀਂ ਜਿਸ ਦਾ ਸੱਜਣ ਨਾ ਬਣਿਆ ਜਾਂ ਮਿਲਿਆ ਹੋ। ਧਿਆਨ ਦੇਣਾ। ਬੜੀਆਂ ਪਿਆਰੀਆਂ ਗੁਰਬਾਣੀ ਦੇ ਵਿੱਚ ਪੰਕਤੀਆਂ ਨੇ ਇਸੇ ਵਿਚਾਰ ਦੇ ਨਾਲ ਮੇਲ ਖਾਂਦੀਆਂ। ਜਦੋਂ ਸੱਜਣ ਮਿਲਦਾ ਇੱਕ ਬਾਲੜੀ ਨੂੰ, ਇੱਕ ਬਾਲੜੀ ਨੂੰ ਇੱਕ ਵਰ ਦੇ ਰੂਪ ਦੇ ਵਿੱਚ ਜਦੋਂ ਸੱਜਣ ਮਿਲਦਾ ਤੇ ਖੁਸ਼ੀਆਂ ਦੀ ਆਰੰਭਤਾ ਹੁੰਦੀ ਹੈ। ਧਿਆਨ ਦੇਣਾ। ਬੜੀਆਂ ਪਿਆਰੀਆਂ ਵਿਚਾਰਾਂ ਨੇ। ਜਦੋਂ ਇੱਕ ਬਾਲੜੀ ਦੀ ਕੁੜਮਾਈ ਕੀਤੀ ਜਾਂਦੀ ਹੈ, ਲੜਕੇ ਦੀ ਕੁੜਮਾਈ ਕੀਤੀ ਜਾਂਦੀ ਹੈ, ਕੁੜਮਾਈ ਆਇਆ। ਅੱਜ ਕੱਲ੍ਹ ਰਿੰਗ ਸਰਮਨੀ ਦਾ ਨਾਂ ਹੋ ਗਿਆ, ਬਾਣੀ ਵਿੱਚ ਕੁੜਮਾਈ ਲਿਖਿਆ, ਕੁੜਮਾਈ, ਕੁੜਮਾਈ ਆਇਆ। ਜਦੋਂ ਵਰ ਬਾਲੜੀ ਨੂੰ ਮਿਲਦਾ, ਗੁਰਬਾਣੀ ਕਿਹਾ ਜੇਲ ਤੇ ਮਹਾਰਾਜ ਜੀ ਕਹਿੰਦੇ ਜੀਵਨ ਦੇ ਵਿੱਚ ਫਿਰ ਇੱਕ ਆਸ ਦੀ ਕਿਰਨ ਜਾਗਦੀ ਹੈ ਵੀ ਹੁਣ ਮੇਰਾ ਕੋਈ ਸਹਾਰਾ, ਹੁਣ ਮੇਰਾ ਕੋਈ ਆਪਣਾ, ਹੁਣ ਮੇਰੀ ਜ਼ਿੰਦਗੀ ਜਿਹੜੀ ਹੈ ਵਧੀਆ ਲੰਘੇਗੀ। ਜਦੋਂ ਸੱਜਣ ਜੀਵਨ ਵਿੱਚ ਆ ਜਾਂਦਾ, ਚਾਹੇ ਮਿੱਤਰ ਦੇ ਰੂਪ ਦੇ ਵਿੱਚ ਆਵੇ, ਚਾਹੇ ਜੀਵਨ ਸਾਥੀ ਦੇ ਰੂਪ ਵਿੱਚ ਆਵੇ। ਧਿਆਨ ਦੇਣਾ। ਚਾਹੇ ਮਿੱਤਰ ਦੇ ਰੂਪ ਦੇ ਵਿੱਚ ਆਵੇ, ਕੋਈ ਆਪਣੇ ਦੇ ਰੂਪ ਦੇ ਵਿੱਚ ਆਵੇ, ਚਾਹੇ ਜੀਵਨ ਸਾਥੀ ਦੇ ਰੂਪ ਦੇ ਵਿੱਚ ਆਵੇ, ਉਹਦਾ ਜੀਵਨ ਜਿਹੜਾ ਹੈ ਉਹ ਬਹੁਤ ਖੁਸ਼ਹਾਲ ਹੋ ਜਾਂਦਾ ਹੈ। ਸੋ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾ ਰਹੇ ਨੇ। ਉਹਨਾਂ ਲਈ ਇਹ ਮਹੀਨਾ ਆਨੰਦ ਵਾਲਾ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਜਣ ਆ ਚੁੱਕਾ ਹੈ। ਸੱਜਣ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਏ, ਸੱਜਣ ਸਾਡੇ ਅੰਦਰ ਪ੍ਰਗਟ ਹੋ ਜਾਏ। ਇਹ ਮਹਾਰਾਜ ਜੀ ਕਹਿੰਦੇ ਗੱਲਾਂ ਨਾਲ ਪ੍ਰਗਟ ਨਹੀਂ ਹੁੰਦਾ। ਸੱਜਣ ਜਿਹੜਾ ਗੱਲਾਂ ਨਾਲ ਪ੍ਰਗਟ ਨਹੀਂ ਹੁੰਦਾ, ਅਗਲੀ ਪੰਕਤੀ ਦਾ ਫਰਮਾਨ ਹੈ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਸੰਤ ਗੁਰੂ ਵਾਸਤੇ ਵੀ ਆ ਸਕਦਾ ਹੈ ਤੇ ਗੁਰਮੁਖ ਵਾਸਤੇ ਵੀ ਆ ਸਕਦਾ। ਜਿਵੇਂ ਕਹਿ ਦਿੰਦੇ ਆ ਗੁਰਮੁਖ ਕਲ ਵਿੱਚ ਪ੍ਰਗਟ ਹੋ, ਜਾਂ ਜੇ ਕਹਿ ਸਕਦੇ ਹਾਂ ਸੰਤ ਸੁਭਾਅ, ਚੰਗਾ ਸੁਭਾਅ, ਨੇਕ ਇਨਸਾਨ। ਸੋ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦੇ ਸੱਜਣ ਜਿਹੜੇ ਹੁੰਦੇ ਨੇ, ਜੇ ਜ਼ਿੰਦਗੀ ਦੇ ਵਿੱਚ ਸਾਨੂੰ ਸਤਿਗੁਰ ਦੇ ਰੂਪ ਦੇ ਵਿੱਚ ਤੇ ਮਿਲ ਚੁੱਕੇ ਨੇ ਗੁਰੂ ਗ੍ਰੰਥ ਸਾਹਿਬ ਜੀ। ਇਸ ਤੋਂ ਇਲਾਵਾ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀ, ਉਹਦੇ ਮਹਾਂਵਾਕ ਅਨੁਸਾਰ ਕੋਈ ਜਨ ਹਰਸਿਓ ਦੇਵੈ ਜੋਰ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਜੇ ਕੋਈ ਐਸਾ ਸੱਜਣ ਮਿਲ ਜਾਏ, ਉਹ ਤੁਹਾਨੂੰ ਕਹਿੰਦੇ ਰੱਬ ਨਾਲ ਮਿਲਾ ਦੇਵੇਗਾ। ਰੱਬ ਨਾਲ ਮਿਲਣ ਦੇ ਲਈ ਅਸੀਂ ਜਿੰਨੇ ਬੈਠੇ ਹਾਂ, ਤੁਸੀਂ ਮੈਂ ਸਾਰੇ ਬੈਠੇ ਹਾਂ। ਮੈਂ ਤੁਹਾਨੂੰ ਰੱਬ ਦੀ ਗੱਲ ਸੁਣਾ ਰਿਹਾ ਹਾਂ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਮੈਂ ਤੁਹਾਨੂੰ ਰੱਬ ਨੂੰ ਮਿਲਾਉਣ ਦੀਆਂ ਵਿਚਾਰਾਂ ਸੁਣਾ ਰਿਹਾ ਹਾਂ। ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਇਹ ਸਵਾਲ ਕਰ ਸਕਦਾ ਹੈ ਵੀ ਤੁਸੀਂ ਮੈਨੂੰ ਰੱਬ ਦੇ ਮਿਲਣ ਦੀ ਵਿਚਾਰ ਸੁਣਾ ਰਹੇ ਹੋ, ਤੁਹਾਨੂੰ ਰੱਬ ਮਿਲਿਆ? ਇਹ ਤੁਹਾਡਾ ਰਾਈਟ ਹੈ। ਤੁਸੀਂ ਸਾਨੂੰ ਰੱਬ, ਕੋਈ ਵੀ ਵਕਤਾ ਦੁਨੀਆ ਦੇ ਵਿੱਚ, ਮੈਂ ਨਹੀਂ ਗੱਲਾਂ, ਕੋਈ ਵੀ ਵਕਤਾ ਜਿਹੜੀ ਗੱਲ ਤੁਹਾਨੂੰ ਸੁਣਾਉਂਦਾ ਨੇ ਉਹਨੂੰ ਕਹਿ ਸਕਦੇ ਹਾਂ ਤੁਸੀਂ ਸਾਨੂੰ ਰੱਬ ਨੂੰ ਮਿਲਾਉਣ ਦੀ ਗੱਲ ਕਰ ਰਹੇ ਹੋ, ਤੁਸੀਂ ਰੱਬ ਨੂੰ ਮਿਲੇ ਹੋ। ਜੇ ਤੁਸੀਂ ਨਹੀਂ ਮਿਲੇ, ਸਾਨੂੰ ਮਿਲਾਉਣ ਦੀ ਗੱਲ ਨਾ ਕਰੋ। ਇਹ ਰਾਈਟ ਹੈ ਸਾਡਾ। ਜੇ ਤੁਸੀਂ ਰੱਬ ਨੂੰ ਸਾਨੂੰ ਨਹੀਂ ਮਿਲਾ ਸਕਦੇ, ਫਿਰ ਵੀ ਤੁਹਾਨੂੰ ਕਹਿਣ ਦਾ ਕੋਈ ਹੱਕ ਨਹੀਂ ਵਕਤੇ ਨੂੰ। ਇਹ ਸਰੋਤੇ ਦਾ ਸਵਾਲ ਹੋ ਸਕਦਾ। ਜੇ ਤੁਸੀਂ ਰੱਬ ਬਾਰੇ ਜਾਣਦੇ ਹੋ, ਜੇ ਨੁਕਤੇ ਯੁਕਤੀ ਜਾਣਦੇ ਹੋ, ਸਾਨੂੰ ਗੁਰਬਾਣੀ ਰਾਹੀਂ ਦੱਸੋ। ਸਾਨੂੰ ਗੁਰਬਾਣੀ ਰਾਹੀਂ ਦੱਸੋ। ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕਿੰਨਾ, ਫਿਰ ਵਕਤੇ ਦੀ ਡਿਊਟੀ ਹੈ ਤੁਹਾਨੂੰ ਸੈਟੀਸਫਾਈ ਕਰੇ। ਫਿਰ ਵਕਤੇ ਦੀ ਡਿਊਟੀ ਹੈ। ਧਿਆਨ ਦੇਣਾ। ਦੁਨੀਆ ਦੀਆਂ ਧਾਰਮਿਕ ਸਟੇਜਾਂ ਦੇ ਉੱਪਰੋਂ ਜੋ ਬੋਲਿਆ ਜਾਂਦਾ ਹੈ, ਉਹਦੀ ਵਿਚਾਰ ਕਰਨੀ ਬਣਦੀ ਹੈ। ਉਹਦੀ ਵਿਚਾਰ ਕਰਨੀ ਬਣਦੀ ਹੈ। ਕੋਈ ਵੀ ਬੋਲਦਾ ਹੈ ਦੁਨੀਆ ਦੀ ਸਟੇਜ ਦੇ ਵਿੱਚੋਂ, ਜਦੋਂ ਕੋਈ ਮਾਈਕ ਦੇ ਅੱਗੇ ਬੋਲਦਾ ਹੈ, ਉਹਦਾ ਫਰਜ਼ ਬਣ ਜਾਂਦਾ ਹੈ ਅੱਗੇ ਵਾਲੇ ਨੂੰ ਸੈਟੀਸਫਾਈ ਕਰਨ ਦਾ। ਜੇ ਉਹ ਸੈਟੀਸਫਾਈ ਕਰ ਨਹੀਂ ਸਕਦਾ, ਉਹਨੂੰ ਬੋਲਣ ਦਾ ਹੱਕ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ।
रब दे प्यारे मिला देंदे ने, रब दे प्यारे मिला देंदे ने। वो किद्दां मिलाउंदे ने? कबीर जी कहंदे ने एक चीज बड़ी कीमती है, राम रतन मुख कोथरी पारख आगे खोल। जे कोई सौदा लैन वाला ना होवे ओदे अगे गठड़ी नहीं खोली दी। ध्यान देना, जे किसी नूं इंटरस्ट होवे सौदे दे विच ते उहनूं सब कुछ दिखा दईदा। ध्यान देना, जे कोई चाहत रखदा होवे रब नूं मिलण दी उहनूं सब कुछ दसना चाहिदा। ते जे कोई गुस्ताखी माफ बेकदर है तो रेहड़ी दे उपर फेरी लाउण वाले दे विचों कोलों भी कोई कुछ नहीं खरीददा। कहंदे जा भाई उदां ही मैं ते वेखदा पिया सी, मैं खरीदना थोड़ा सी। जिहड़े खरीददार ने, जिहड़े वणज करन वाले ने, वणजारे ने, महाराज जी कहंदे उन्हां दे अगे गठड़ी खोल दे ते उन्नूं तू सच दी बात दृढ़ करवा। महाराज जी कहंदे ने सच दे व्यापारी दुनिया दे विच हैन विरले नाही घने, फैल फक्कड़ संसार जग में उत्तम काढ़िए विरले कई के। कि सारी दुनिया नूं रब मिलन दी आशा या चाहत है? नहीं, सब नूं नहीं। महाराज कहंदे विरले, जो विरले हन उन्हां नूं उस रब दे बारे बिल्कुल समझ भी आ जाती है, क्योंकि उन्हां दे अंदर रब दी प्राप्ति दी चाहत होंदी है, वो समझदे ने। जिहदे अंदर चाहत नहीं है वो कीमती चीज़ नूं भी इग्नोर कर दिंदा है, वो कीमती चीज़ नूं भी इग्नोर कर दिंदा है। जिस दे अंदर चाहत है वो चिक्कड़ दे विच फुल है ना, वो चिक्कड़ नहीं देखदा, वो चिक्कड़ नहीं देखदा, कमल दा फुल है। कवि लोग चिक्कड़ दे विच खिले फुल तो कविता बना देंदे ने। जो चाहत वाला वो किसी दा धर्म नहीं देखदा, किसी दी जात नहीं वेखदा, किसी दा शरीर नहीं गोरा काला उच्चा लम्मा देखदा। वो ते की देखदा? किसी दे कोलों चंगी चीज़ मिल जाए उसनूं प्राप्त कर लैनी चाहिए। जिवें असीं कोई सब्जी फ्रूट खरीदते हाँ, असीं दुकान ते जाने, असीं कोई किसी दी जात नहीं पुछदे, कोई किसी दे बारे असीं जानकारी नहीं लैंदे। असीं कहंदे सौदा खरा चाहिए, सौदा प्रभाव वाला चाहिए, सौदा वधिया चाहिए। असीं जिहड़ी मर्जी दुकान ते चले जाते हैं। हॉस्पिटल दे विच तड़फ रहा एक मरीज ब्लड की मंग करदा है, ध्यान देना, ब्लड की मंग करदा है, उसनूं ब्लड देण दे लई कोई जात नहीं देखी जाती, कोई धर्म नहीं देखा जाता, अमीर नहीं देखा जाता, गरीब नहीं देखा जाता। रक्षा पुलरां नूं पैसे दे दे के लोकी जिहड़ा ब्लड है वो लैंदे, वो गरीब ने वो बेचारे दिंदे ने, पैसे लैंदे। इसी तरह जो सच है, सच का मार्ग वो चाहे भगत रविदास होवे, चाहे होवे भगत धन्ना, चाहे नामा शिंबा होवे, चाहे होवे कबीर जुलाहा, जो प्रभु को मिल वो चाहे खोज शब्द में ले, वो लब लैंदा। की पंक्ति चल रही है? संत सहाई राम के। जे कोई किसी नूं जिहड़ा खुद गुरमुख होएगा दूजे नूं गुरमुख समझेगा, जिहड़ा खुद संत होएगा दूजे नूं संत समझेगा। राजा आया भगत रविदास कोल, कहंदे दुनिया दे राजे जांदे ने, एक राजा कहंदा मैं भी जावां नामदान लै लवां, नामदान लै लवां जी। संत सहाई राम के, उन्होंने इश्क सी रब दा, रत्ते इश्क खुदाए रंग दीदार के। वो चाहता सी भगत रविदास जी कोलों मैं नामदान लै ला। दस पई भी वो ब्रह्म ज्ञानी ने, ब्रह्म ज्ञानी होंदे ने बेपरवाह। जिहड़ा चम दे विच फसिया होया वो अगे नहीं वध सकदा। ध्यान देना, वो भगत रविदास जी दे कोल राजा जाके कहंदा महापुरखो मैं तुहाडी बड़ी सिफत सुनी है, संत सहाई राम अगे कर कृपा दिया मिलाए, मैं चाहुंदा मैनूं नामदान दिओ। 1699 तो बाद असीं अमृत छकन लगे हाँ। पहले पातशाह तो लैके 9वें पातशाह तक चरण पौल दित्ती जांदी सी, जां किसी महापुरखां वल्लों नामदान दिता जांदा सी। नामदान भगत रविदास जी कोल राजा आया, कहंदा जी मैनू नामदान दिओ। भगत रविदास जी की करते हैं? जुत्तियां गंढते हैं, जुत्तियां
लागे एक पानी पिया हुंदा उहदे च चमड़ा भिओ के ना इदां उत्ते रख के उहनूं कटिंग करदे ने ते फिर छूंदे भी ने ते साधु हुंदे ने बेपरवाह। मैनूं नामदान दिओ, मैनूं अमृत दे दिओ, मैनूं कोल जल छका दिओ। भगत रविदास जी कहंदे भी औखा बड़ा। नहीं जी कोई गल नहीं, तुसीं किरपा करो। बड़े वास्ते पाए, तरले कीते ते फिर भगत जी ने की कीता, सहज सुभाए। साधु जिहड़े हुंदे ने वो सहज सुभाए कार्ज करदे ने, वो स्पैशल नहीं कुछ करदे। उन्हां ने जल दे विचों अपनी दा चूड़ी भरी ते कहंदे कर राजा बुक अपनी ते मैं तैनूं छकावां। जद राजे ने बुग कीती, अगे इहदा हथ कीता, मन विच करैत आ गई। करैत भी ये चमार बंदा, मैं राजा क्षत्रिय बंदा, ये केड़ा मैनूं जल जिहा छका रिहा। 42 लाख जी जल में होते। महाराज जी कहते 42 लाख जी जल में होते, बीठल पहला काए करो। सुच्चा एक रब का नाम ही है। 42 लाख जी जल दे विच उत्थे ही खांदे ने, उत्थे ही सब कुछ त्याग करते हैं। चाहे फिल्टर राही पानी क्यों नहीं बाहर आ जाता, नलकिया राही, पर आंदा उत्थों ही है जिथे सब कुछ हुंदा है। 42 लाख जीवां दा ये पंक्ति है बाणी विच। 42 लाख जी जल मैं होते, बीठल पहला काए करो। हुण राजा कहंदा एक चमार कोलों नाम लवां मैं, बस उन्हें छकिया नहीं वो जल। इहदा कुर्ता सी ओहदा, उन्हें वगा दिता उस कुर्ते दे विच, चला गया, छकिया नहीं। जिहदे दवाई अंदर नहीं लंघी ते फोड़े फिंसियां कैंसर दूर नहीं होना। जे जीव ते बाणी रहेगी कोई असर नहीं होना। शब्द मैनू भी बड़े याद ने, तुहानू भी बड़े याद होणगे। बड़े बड़े ज्ञानी ते विद्वान ने दुनिया दे विच, जिहड़े गुरु ग्रंथ साहिब जी की ट्रांसलेशन जवानी याद है। महाराज जी कहते पढ़िया मुक्त ना होई, गुरमत कथनी का मार्ग नहीं करनी का मार्ग है। इत्थे जो प्रैक्टिकल करता है उहदी झोली भरदी है। गल्लां सुनाउण ते 50 मैं भी सुना सकदा। गल यह है भी प्रैक्टिकल जीवन दे विच मेरा वर्ताव जां मेरी इमेज की है। भगत रविदास कोलों उस तरह चला गया, छकिया है ही नहीं। संत सहाई राम के कर कृपा दिया मिलाए, कहते ने वो झग्गा जा कुर्ता राजे ने धोबी नूं धोण दे लई दे दिता। ते धोबी दी एक छोटी लड़की सी, कहंदा भी इहदे बड़े धब्बे लगे होए ने कुर्ते नूं, पानी दे धब्बे लगे होए नूं, इस नूं चिथ के मूँह दे विच चब के इस नूं थोड़ा जिहा साफ कर। कोई भी दाग हुंदा असीं कई वार अपने मूँह दे नाल ला के हत्थ दे इदां रगड़दे आ जां मूँह दे विच चिथ दिंदे आ। ਉਹ ਜਦੋਂ उस लड़की ने लिखिया है साखी दे विच, जदों ਉਹ ਉਸ ਨੂੰ ਇਦਾਂ ਮੂੰਹ ਦੇ ਵਿੱਚ ਪਾ ਕੇ ਚਿੱਥਦੀ ਹੈ ਜਾਂ ਚੱਬਦੀ ਹੈ ਜਾਂ ਕੁਝ ਵੀ ਕਰਦੀ ਹੈ, ਉਸ ਨੂੰ ਉਹ ਜੋ ਜਲ ਅੰਮ੍ਰਿਤ ਉਸ ਦੇ ਅੰਦਰ ਡਿੱਗਿਆ ਸੀ ਉਸ ਰਾਹੀਂ ਬ੍ਰਹਮ ਗਿਆਨ ਹੋ ਗਿਆ। ਅੰਮ੍ਰਿਤ ਪੀਵੇ ਅਮਰਸ ਹੋਏ, संत सहाई राम के कर कृपा दिया मिलाए। ते जिन्ने करैत की, जिन्ने नफरत की और रह गया। जिन बड़े प्रेम से सबको मिलना मत बोलो इंसान रे, क्या जानो किस वेश में आकर मिल जाए भगवान रे। लियाकत देखी दी है, जीवन देखी दा, किसी का रंग रूप नहीं देखी दा भी एक गोरा एक काला एक कनक वन्ना एक छोटा है मधरा ना। प्रोफैसर साहब सिंह नूं देखियो किड्डा कद सी उन्हां दा, किन्ना क वड्डा सरीर सी। भाई बचित्र सिंह छोटे ਜਿਹੇ कद दे सी, दुनिया दे विच नाम अमर कर गए। गल ਉਹ नहीं वजूद ते वजन किन्ना है, गल ते है। चाहे वो गलबात होवे चाहे अंदर दी शख्सियत होवे। उस लड़की नूं ब्रह्म ज्ञान हो गया ते उस राजे नूं पता लग्या भी जिहड़ी चीज़ की प्राप्ति दे लई मैं इधर टक्करां थां थां खांदा फिरदा, संत सहाई राम के कर कृपा दिया मिलाए, वो मैनूं दे वो चीज़ तूं मैं सखना रह गया। एक लड़की एक धोबी दी लड़की इस चीज़ नूं किद्दां प्राप्त कर गई। जाके पुछदे ने ते उन्होंने दसिया गया भी इस तरह राजा जिहड़ा तू अपना बस्तर कुर्ता ला के दिता, उसनूं जदों इसने अपनी जवान दे नाल इदां चित्थिया चबिया ते इसनूं पता नहीं की हो गया, रब जाने। ये ते ब्रह्म ज्ञान दीयां गल्लां करन लग पई। हुण राजे नूं बड़ा पछतावा होया, भज्जा भज्जा भगत रविदास महाराज जी दे कोल गया। 27 तरीक नूं भगत रविदास दा प्रकाश दिहाड़ा जी, उन्हां नूं भी असीं याद करना।
और राजा कहता है, कहता महाराज मेरे तो गलती हो गई, मेरे तो गलती हो गई, मैं जेड़ा ना तुसी मैनू वो चूल्हा दिता सी, मैं नफरत करके तुहानू चमार समझ के ना मैं लाहा नहीं लै सकिया, मैं लाहा नहीं रह सकिया, ते मेरे ते हुण किरपा करो। तीर कमान तो, गल जुबान चो, आत्मा शरीर चो, हर चीज सोच समझ के, गल जबान चो, तीर कमान चो, आत्मा शरीर चो निकल जाए वापस नहीं आउंदी। ते फिर साधु के मुख दे विचों निकलिया होया बचन जद निकल जाता है वो वापस नहीं आउंदा। साधु बोले सह सुभाए, साधु का बोलिया बिरथा न जाए। सानू किसी नू नहीं पता कोई साधु है इत्थे कि नहीं। जे कोई खुद साधु होएगा ना उन्होंने पता होएगा भी केड़ा इत्थे साधु है, क्योंकि ब्रह्म ज्ञानी की गत ब्रह्म ज्ञानी जाने, मैनू की पता तुहाडे विच साधु केड़ा, क्योंकि मैं खुद साधु नहीं। जे तुहाडे सारिਆਂ ਦੇ ਵਿੱਚ साधु है वो सामने वाले ਨੂੰ देख सकता भी है साधु सुखी है क्यों पेके सब सुखिया, रोगी के भाने सब रोगी। वो खाली राजा रह गया, क्यों रह गया? क्योंकि उसने मन विच करह ते नफरत लै आंदी। सो गुरु महाराज जी की पंक्ति चल रही है, संत सहाई राम के, और राम दे नाल मिलाउण वाले होंदे ने। कबीर सेवा को दो भलै, एक संत एक राम, राम जो दाता मुक्त को संत च पावै नाम, संत सहाई राम के कर कृपा दिया मिलाए। मैं बड़ी बार बेनती की, जिहड़ा साध्या होया ना, जिसने अपने अंदर नूं कलीन कीता वो संत है। होर संत कोई स्पैशल किसी वर्दी का नाम नहीं, अवस्था और जीवन का नाम है साधु संत जां गुरमुख। इन्हां दे नाम अलग अलग ने पर गुण इक्को वर्गे ने। गुरु नानक नूं निरंकार भी कहंदे ने, गुरु नानक नूं बाबा भी कहंदे ने, गुरु नानक नूं गुरमुख भी कहंदे ने। गुरमुख असीं एवें कह दिंदे आ भी गुरमुखा की हाल है। गुरमुख कल विच प्रगट हुआ, मतलब गुण इक्को ही तरह के होंदे ने, चाहे संत कहो, भगत कहो, गुरु को, वाहिगुरु का प्यारा कहो। सो संत सहाई राम के कर कृपा दिया मिलाए। परमात्मा दे मिलन विच सहायता करदे ने कौन? नानक कचड़ियां स्यों तोड़ ढूंढ, सज्जन संत पक्कियां ओए जीवन दे विछड़े, ओ मोया न जाई छोड़। बड़ी बारी साखी सुनी है राजे जनक दी, जदों नरकां दे लागियों ओहदा विवान लंघिया सी, धर्म राजे नूं कहंदा करदे बंद खलासी इन्हां दी। वो कहंदा भी नहीं, इन्हां ने पाप कीते ने, कहंदे इहदा हल की होएगा? कहंदे इन्हां पापां दे बदले तैनूं नाम जां पुन देने पैणगे। कहंदे रख अपने इंसाफ दे तराजू दे विच मेरा नाम। एक घड़ी के कारण पापी दरिया ने एक घड़ी के नाम नूं रख के कहंदे सारे नरकां दे कुंड खाली कर दिते सी। क्यों? संत सहाई राम के कर कृपा दिया मिलाए। संत सहाई राम के कर कृपा दिया मिलाए। बड़ी बारी तुसीं सरवण कर चुके हो, किसी बजुर्ग दी, किसी बंदे दी असीस जिहड़ी है वो मार्ग खोल दिंदी है, किसी दी बद असीस वो मार्ग बंद कर दिंदी है। ध्यान देना, जिंदगी दे विच हमेशा दूजे दी खुशी लैनी, जिंदगी दे विच किसी दी बद दुआ ना लैनी। ये सानू बाणी दसदी है। देहो सज्जणिया सिसड़ियां जदों असीस मिलदी है, जो होवे साहिब सिओ मेल, कल्ले वाहिगुरू दी असीस नाल नहीं उत्थे तक पहुंचिया जांदा। बजुर्ग दी असीस, बाप दी असीस, मां दी असीस, मित्र दी असीस, भैन दी असीस, अपने तो वड्डे दी असीस मार्ग खोल के रख दिंदी है। जे कोई किसी नूं वड्डा जाने तां, जे किसी नूं वड्डा जाने तां, मैं पहला भी बेनती कीती, वड्डा ओ जिहदी सोच वड्डी, जिहदा जिगरा वड्डा, जिहदा जीवन वड्डा, ओ वड्डा। ना कि कोई माया करके, ना कोई किसी अहुदे करके, ना दुनिया दे विच जान पछाण करके। मोदी ते बड़ा वड्डा है पर ਉਹਦੇ ਲਈ ਬਾਣੀ ਵਿੱਚ ਪਤਾ ਕੀ ਲਿਖਿਆ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਉਹ ਦੁਖੀ ਹੈ ਇਸ ਵੇਲੇ, ਉਹਦੇ ਵੱਡਾ, ਉਹਦੇ ਵੱਡਾ, ਪਰ ਉਹਦੇ ਜਿੰਨਾ ਦੁਖੀ ਕੋਈ ਨਹੀਂ। ਰਾਤ ਨੂੰ ਨੀਂਦ ਨਹੀਂ ਆਉਂਦੀ ਹੋਣੀ ਵੀ ਮੇਰਾ ਬਣੇਗਾ ਕੀ। ਵੀ ਕੁੰਡਲੀਆ ਸੱਪ ਸਿੰਘ ਜਿਹੜੇ ਆ ਕੇ ਬਾਰਡਰ ਤੇ ਬਹਿ ਗਏ ਨੇ, ਇਹ ਨਹੀਂ ਮੁੜਦੇ, ਇਹ ਨਹੀਂ ਮੁੜਦੇ, ਇਹ ਆਰ ਪਾਰ ਦੀ ਲੜਾਈ ਕਰਦੇ ਹਨ। ਇਹਨਾਂ ਦੇ ਲਹੂ ਦੇ ਵਿੱਚ ਹੀ ਭਰ ਦਿੱਤਾ ਹੈ। इन्हां दे लहू दे विच दशमेश पिता ने ऐसा रंग भर दिता, ये नहीं मुड़दे। रत्ते सही जे मुख ना मुड़न जिनी संजाता साई। इस करके
जीवन दे विच ओ कुछ हो जाना चाहिए जो किसी को निराश ना करे, ओ ना होवे जो निराश करे। सो संत सहाई राम के कर कृपा दिया मिलावे मिलाए, सेज सुहावी सर्ब सुख हुण दुखा नाही जाए। सेज असी बाहरली भी कह सकते हैं, चलो अंदर की गल करदी, एक अंदर भी सेज मिलती है जो सज्जन प्रगट हुंदा। ਜਦੋਂ ਸਾਡੇ ਜੀਵਨ ਦੇ ਵਿੱਚ ਸੱਜਣ ਪ੍ਰਗਟ ਹੋਇਆ, ਸੱਜਣ ਆਇਆ ਨਾ, ਸਾਡੇ ਹਿਰਦੇ ਦੇ ਵਿੱਚ ਇੱਕ ਖੁਸ਼ੀਆਂ ਦੀ ਸੇਜ ਬਣੀ। ਹੁਣ ਦੁੱਖਾਂ ਨਾ ਹੀ ਜਾਏ, ਕਿਉਂਕਿ ਪਹਿਲਾਂ ਮੈਂ ਇੱਕ ਸੀ, ਜਦੋਂ ਸੱਜਣ ਆ ਗਿਆ ਫਿਰ ਅਸੀਂ ਦੋ ਹੋ ਗਏ। ਰੂਪ ਇੱਕ ਹੀ ਹੈ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਸੇਜ ਦੇ ਉੱਪਰ ਜਦ ਸੱਜਣ ਮਤਲਬ ਮੇਰਾ ਰੱਬ, ਮੇਰਾ ਪਤੀ ਪ੍ਰਮਾਤਮਾ ਆਇਆ, ਉਹਨੇ ਆ ਕੇ ਮੈਨੂੰ ਆਖਿਆ, ਉਹਨੇ ਮੇਰੀ ਜ਼ਿੰਮੇਵਾਰੀ ਲਈ। ਸੱਜਣ ਜ਼ਿੰਮੇਵਾਰੀ ਲੈਂਦਾ। ਜਦੋਂ ਬਾਬਲ ਆਪਣੀ ਧੀ ਦਾ ਪੱਲਾ ਲਾੜੇ ਨੂੰ ਫੜਾਉਂਦਾ, ਧਿਆਨ ਦੇਣਾ, ਜਦੋਂ ਬਾਬਲ ਆਪਣੀ ਧੀ ਦਾ ਪੱਲਾ ਆਪਣੇ ਜਵਾਈ ਮਤਲਬ ਵਰ ਨੂੰ ਫੜਾਉਂਦਾ, ਉਹ ਪੱਲਾ ਫੜਨ ਦਾ ਮਤਲਬ ਕੀ ਹੁੰਦਾ? ਸਾਰੀ ਜ਼ਿੰਦਗੀ ਤੂੰ ਇਸ ਦੀ ਰੱਖਿਆ ਕਰਨੀ, ਇਸ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੋਣਾ। ਇਹਨੂੰ ਦੁੱਖ ਤਕਲੀਫ ਹੋਏ ਤੂੰ ਇਹਦੇ ਨਾਲ ਖੜਨਾ, ਇਹਦੇ ਨਾਲ ਤੁਰਨਾ, ਘਰੋਂ ਨਹੀਂ ਭੱਜ ਜਾਣਾ। ਜਿੱਦਾਂ ਸਾਡੇ ਦੇਸ਼ ਦਾ ਰਾਜਾ ਭੱਜ ਗਿਆ ਛੱਡ ਕੇ, ਗੁਸਤਾਖੀ ਮਾਫ, ਇਹ ਬਾਣੀ ਦੀਆਂ ਮੰਗਦੀਆਂ ਨੇ। ਉਹਨੂੰ ਕੀ ਕਹਿੰਦੇ ਨੇ ਜਿਹੜਾ ਭੱਜ ਜਾਂਦਾ? ਭਗੌੜਾ ਕਹਿੰਦੇ ਨੇ। ਜਿਹੜਾ ਗ੍ਰਿਸ਼ਤ ਛੱਡ ਕੇ ਆਪਣੀ ਔਰਤ ਨੂੰ ਛੱਡ ਕੇ, ਗੁਸਤਾਖੀ ਮਾਫ, ਇਹ ਬਾਣੀ ਵਿੱਚ ਲਿਖਿਆ। ਜਿਹੜਾ ਪਰਿਵਾਰ ਨੂੰ ਛੱਡ ਕੇ ਗ੍ਰਹਿ ਤਜ ਬਣ ਖਣ ਜਾਈ ਆ, ਬਾਣੀ 'ਚ ਲਿਖਿਆ। ਆਪਣੇ ਗ੍ਰਹਿ ਨੂੰ ਛੱਡ ਕੇ ਦੁਨੀਆ ਦੇ ਵਿੱਚ ਹੋਰ ਕਿਤੇ ਚਲੇ ਜਾਏ ਸੁੱਖ ਲੈਣ ਦੇ ਲਈ। ਚੁਣ ਖਾਈਏ ਕੰਦਾ ਅਜੋ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ ਸਭ ਕਿਛ ਘਰ ਮੈਂ, ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਈ। ਜਦੋਂ ਤੇਰੀ ਸੇਜ ਤੇ ਤੇਰਾ ਰੱਬ ਆ ਗਿਆ ਤੇ ਉਹਨੇ ਤੈਨੂੰ ਆ ਕੇ ਪੁੱਛਣਾ ਸੁੱਖ ਖੈਰ। ਜਦੋਂ ਸਾਡਾ ਕੋਈ ਚਾਹਣ ਵਾਲਾ ਸਾਨੂੰ ਮਿਲਦਾ, ਗਲੇ ਲੱਗ ਕੇ ਜਦੋਂ ਪ੍ਰਾਹੁਣੇ ਆਂਦੇ ਮਿਲਦੇ, ਉਹ ਕਹਿੰਦੇ ਭੈਣੇ ਭਰਾਵਾ ਸੁੱਖ ਖੈਰ ਰਾਜੀਓ। ਤੇ ਜਦੋਂ ਰੱਬ ਸਾਡੇ ਹਿਰਦੇ ਰੂਪੀ ਸੇਜ ਵਿੱਚ ਆਏਗਾ, ਰੱਬ ਕੀ ਕਹੇਗਾ? ਰੱਬ ਕੀ ਕਹੇਗਾ? ਪੱਲਿਆ ਉੱਠ, ਅਸੀਂ ਆ ਗਏ, ਸਾਨੂੰ ਗੁੜ ਦੀ ਰੋੜੀ ਛਕਾ ਦੇ, ਗੁੜ ਦੀ ਰੋੜੀ। ਸੇਜ ਤੇਰੀ ਸੇਜ ਤੇ ਆ ਗਏ ਆ, ਮਤਲਬ ਤੇਰੇ ਹਿਰਦੇ ਦੇ ਵਿੱਚ ਆ ਗਏ ਆ, ਤੇਰੇ ਘਰ ਦੇ ਵਿੱਚ ਆ ਗਏ ਹਾਂ। ਤੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਹੁਣ ਦੁੱਖ ਦੀ ਥਾਂ ਰਹਿ ਗਈ ਜਿੱਥੇ ਛੇਵੇਂ ਪਾਤਸ਼ਾਹ ਭਾਈ ਪੱਲੇ ਦੇ ਕੋਲ ਆ ਗਏ, ਕਿੱਥੇ ਦੁੱਖ ਰਹਿੰਦਾ? ਹਰ ਸੱਜਣ ਪ੍ਰਗਟੇ ਆਏ, ਸੋ ਜਿਸ ਦੇ ਹਿਰਦੇ ਰੂਪੀ ਸੇਜ ਦੇ ਵਿੱਚ ਉਹ ਕੰਤ ਪਤੀ ਪ੍ਰਮਾਤਮਾ ਆ ਗਿਆ ਨਾ, ਮਹਾਰਾਜ ਜੀ ਕਹਿੰਦੇ ਉਹਦੀ ਸੇਜ ਸੁਹਾਵੀ ਹੋ ਜਾਏਗੀ, ਮਤਲਬ ਉਹਦਾ ਜੀਵਨ ਰੰਗ ਭਰਿਆ ਹੋ ਜਾਏਗਾ। ਬਾਣੀ ਦੀ ਕਿਰਪਾ ਦੇ ਨਾਲ ਜੋ ਜੀਵਨ ਮਿਲਦਾ ਉਹਨੂੰ ਵੀ ਰੰਗ ਕਹਿੰਦੇ ਨੇ। ਸੰਸਾਰ ਦੇ ਵੀ ਰੰਗ ਨੇ, ਬਾਣੀ ਦੇ ਵੀ ਰੰਗ ਨੇ। ਇਹ ਮਨੁੱਖ ਦੀ ਆਪਣੀ ਚੁਆਇਸ ਹੈ, ਆਪ ਚੂਜ਼ ਕਰਨਾ ਮੈਂ ਕਿਹੜਾ ਰੰਗ ਕਿੱਥੋਂ ਲੈਣਾ। ਸੰਸਾਰ ਦੇ ਰੰਗਾਂ ਬਾਰੇ ਕਹਿੰਦੇ ਨੇ, ਜੈਸਾ ਰੰਗ ਕੁਸੁੰਭ ਕਾ ਤੈਸਾ ਏ ਸੰਸਾਰ। ਸੰਸਾਰ ਦੇ ਰੰਗਾਂ ਨੂੰ ਫਿੱਕੇ ਗਿਆ ਤੇ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਉਹਨੂੰ ਅੱਛਾ ਤੇ ਖਰਾ ਕਿਹਾ। ਅਗਲੀ ਪੰਕਤੀ ਜੀ, ਇਛ ਪੁੰਨੀ ਵਡਭਾਗਨ। ਜਦੋਂ ਸੇਜ ਤੇ ਉਹ ਹਰੀ ਪ੍ਰਮਾਤਮਾ ਪਤੀ ਆ ਗਿਆ, ਇਛ ਪੁੰਨੀ ਵਡਭਾਗਨੀ ਵਰ ਪਾਇਆ ਹਰ ਰਾਏ। ਉਹ ਜੀਵ ਇਸਤਰੀ ਵਡਭਾਗਨ ਹੋ ਗਈ, ਉਹ ਜੀਵ ਇਸਤਰੀ ਵਡਭਾਗਨ ਹੋ ਗਈ। ਜਿਹਦੇ ਜੀਵਨ ਦੇ ਵਿੱਚ ਸੱਜਣ ਕੰਤ ਆ ਗਿਆ, ਉਹਦੀ ਫਿਰ ਸਾਰੀਆਂ ਹੀ ਇੱਛਾ ਪੂਰੀਆਂ ਹੋ ਗਈਆਂ। ਇੱਕ ਨਵੀਂ ਵਿਆਹੁਤਾ ਆਪਣੇ ਪਤੀ ਕੋਲੋਂ ਨਵੀਆਂ ਨਵੀਆਂ ਚੀਜ਼ਾਂ ਦੀ ਡਿਮਾਂਡਸ ਕਰਦੀ ਹੈ, ਮੈਨੂੰ ਆਹ ਲਿਆ ਕੇ ਦਿਓ, ਮੈਨੂੰ ਆਹ ਲਿਆ ਕੇ ਦਿਓ। ਉਹਦੀਆਂ ਡਿਮਾਂਡਸ ਪੂਰੀਆਂ ਕਰਦਾ। ਇਸ਼ ਪੁੰਨੀ, ਜਦੋਂ ਪਤੀ ਪ੍ਰਮਾਤਮਾ ਮਿਲੇਗਾ, ਜਦੋਂ ਰੱਬ ਸਾਨੂੰ ਮਿਲੇਗਾ, ਫਿਰ ਰੱਬ ਗਰੀਬੀ ਦੂਰ ਕਰ ਦੇਗਾ। ਕਿਹੜੀ ਗਰੀਬੀ? ਇਕੱਲੇ ਪੈਸਿਆਂ ਦੀ ਨਹੀਂ। ਗੁਰਮਤਿ ਹਿਰਦੇ ਗਰੀਬੀ ਆਵੇ ਅੰਦਰ, ਮੈਂ ਮੇਰੀ ਹੰਕਾਰ ਨੂੰ ਕੱਟ ਕੇ ਅੰਦਰੋਂ ਨਿਮਾਣਾਪਨ ਮਹਾਰਾਜ ਜੀ ਦੇ ਦੇਣਗੇ। ਇਛ ਪੁੰਨੀ ਵਡਭਾਗਨੀ, ਉਹ ਜੀਵ ਰੂਪ ਇਸਤਰੀ ਵੱਡਿਆ ਭਾਗਾਂ ਵਾਲੀ ਵਰ ਪਾਇਆ ਹਰ ਰਾਏ। ਉਹਨੂੰ ਹਰੀ ਪ੍ਰਭੂ ਖਸਮ ਮਿਲ ਪੈਂਦਾ, ਪਤੀ ਮਿਲ ਪੈਂਦਾ। ਜਦੋਂ ਉਹ ਮਿਲ ਪੈਂਦਾ ਨਾ, ਜਦੋਂ ਵਿਆਹੀ ਹੋਈ ਲੜਕੀ ਮੁੜ ਫੇਰਾ ਪਾਉਣ ਆਪਣੇ ਪੇਕੇ ਜਾਂਦੀ ਹੈ, ਫੇਰਾ ਪਾਉਂਦੀ ਇੱਕ ਲੜਕੀ। ਅਗਲੀ ਪੰਕਤੀ ਇਦਾਂ ਦੀ ਹੈ, ਮਿਲ ਸਈਆਂ ਮੰਗਲ ਗਾਵੇ। ਸਈਆਂ ਦਾ ਮਤਲਬ ਸਖੀਆਂ ਸਹੇਲੀਆਂ। ਸਖੀਓ ਸਹੇਲੜੀਓ ਜਾ ਕੇ ਕਹਿੰਦੀ ਹੈ, ਸਖੀਓ ਸਹੇਲੀਓ ਸਹੇਲੜੀਓ ਮੇਰਾ ਪੀਰ ਬਣ ਜਾਰਾ
राम वो फिर अपनिया सखियां नूं, क्योंकि सखियां ओदियां पेके घर ही ज्यादा आउंदियां ने, और जदों पहली बार फेरा पाउण जांदी है ना, उत्थे जाके कहंदी मिल सहियां मंगल गावई। सौन के महीने भी जांदियां ने, तुसीं ध्यान देना। फिर उत्थे सखियां आपस विच गल्लां करदियां ने, मंगल गाउंदियां ने, मतलब चंगियां गल्लां करदियां ने। मेरे सहियां मंगल गावी गीत गोविंदा लाए, ते इत्थे सखी क्या गुरमुख प्यारे ने। जदों गुरमुख प्यारे नूं परमात्मा रूपी कंत मिलिया, असीं सारे जीव इस्त्रियां हाँ, चाहे मर्द बैठे हैं, उन्हें फिर जाके ना सारे पासे ये जाके दसना शुरू कर दिता कि तरस पिया महरामत होई, सतगुर सज्जन मिलिया, नानक नाम मिले तां जीवा, तन मन थीवे हरिया। मेरा कंत बड़ा सोहना, मेरा पति मैनू बहुत प्यार करदा है। इहदे बारे बाणी विच लिखिया भगत फरीद जी ने। वो फिर सखियां पुछदियां नहीं, तू किन्नी खुश है, तू इन्नी खुश लगदी है, तू अपने सहुरे घरों आई है, तू इन्ना खुश किवें है? पुछदी है बाबा फरीद जी कहते, वो पुछदी है कवन सो अखर कवन गुण, कवन सो मणिया मंद, कवन सो वेसो हो करी, जित वस आवी कंद। तू अपने पति को किद्दां खुश कीता, किवें तेरे वस है? कवन सो अखर किहड़े तेरे को बोलने मिठे, कवन सो अखर बोलां दे नाल इंप्रैस कीता जा सकदा। बोलां दे नाल रिश्ते बनदे ने, बोलां दे नाल रिश्ते बिगड़दे ने। बोलां दे नाल दुश्मन नूं सज्जन बना लो, 1 मिनट लगदा है। तलवार दे नाल कदे भी किसी नूं कोई हरा नहीं सकदा। मिठे बोल दा तीर, एक बारी गुरु नानक ने सज्जन नूं मारिया, सज्जन सिर नहीं सी चुकदा। हर प्रेम बाणी मन मारिया, अणियाले अणिया राम राजे, जिस लागी पीर परम की सो जाने जरिया। प्रेम दा एक बोल दुश्मन नूं तुहाडे कदमां ते झुका देवेगा, ते एक कौड़ा बोल सज्जन नूं भी ऐसा गहरा दुश्मन बना देगा, तुसीं अंदाजा नहीं लगा सकते। इस करके मिठत नीवी नानका, गुण चंगियाइयां तत मिल सहियां मंगल गावी। सखियां नूं कहंदी मेरा पिर बन जा रहा राम, मेरा कंत। वो कहंदियां फिर तू क्यों खुश है, किवें खुश है? कवन सो अखर कवन गुण, कवन सो मणिया मंत, कवन सो वेसो, तू किहड़ा श्रृंगार कीता जिहड़ा नूं इंप्रैस कीता। कवन सो वेसो हौंकरी, जित वस आवी कंत, जिहदे करके तेरा कंत तेरा कहना मनदा, तेरे वस विच है, जो तू कहनी है वो करदा। वो कहंदी मैं ना एक गुण सिੱਖਿਆ, मैं अपने बाबे नानक तो गुण सिੱਖਿਆ। ये जीव इस्त्रियां दी गल है। वो कहंदी उत्तर दे विच निवन सो अखर, ओ खवन गुण, जेवा मणिया मंत, ए त्रै भैणे वेश कर तां वस आवी कंद। जे तू सुखी नहीं ना वसदी पई, मेरे को तू एक जुगती ले ला। निवन सो अखर, बड़े मिठे मिठे निमाणे जाए गरीबी वाले शब्द, मिठी जुबान बोल। मिठी जवान जिहड़ी नूंह बोलदी है, सारे सस भी उन्होंने कहंदे है भी चंगी है, ओदी मां नूं भी कहंदी है भी तुहाडी धी बड़ी चंगी है। ते जो एक दियां चार सुनावे ते फिर पंचायत विच सवाल जवाब हुंदे ने। ध्यान देना, वो कहंदी मैं तां खुश वसदी हां, मैं निमरता वाली हां, मेरी जवान विच रस है। निवन सो अखर खवन गुण, जे तुसीं भी विआहता जिंदगी दे विच सुखी वसना, जे तुसीं भी अपनी मैरिज लाइफ नूं तुसीं ब्यूट करना, ब्यूटीफुल बनाउणा, तुसीं भी इदां हो जाओ किदां। निवर सो अखर खवन गुण, जेवा मणिया मंत, ए त्रै भैणे वेश कर तां वसी आवी कंद। तू भी सुखी वसेगी। मतलब ए असीं सारिਆਂ ने अपने पति परमात्मा नूं खुश करना, इहदे लई साडी जिंदगी दे विच गुणां दा होना जरूरी है। ये गल है। गुण किहड़े ने? फरीदा बुरी दा भला कर, गुस्सा मन ना डाए, देही रोग ना लगाई, पल्ले सब किछ पाए, बिसर गई सब दात पराई, जब दे साध संगत मोए पाई। जे बाणी सुन के साध संगत जी टका ना आया, फिर मैं बाणी कादी पढ़ी जी, मैं कादी बोकर मारी, मैं कादा सेवा की जे मेरा सुभाव नहीं बदलिया। ध्यान देना, मैं दान पुण्य, मैं तुहानू कहां मैं दान पुण्य जिंदगी विच आ कीता, मैनू इन्ने शब्द याद ने, मैं इन्ने घंटे कथा कर सकदा। जे मेरी जिंदगी दे विच मेरा प्रैक्टिकल जीवन जे ना बदलिया, सारियां दी चीज लागू हुंदी है। जे नेचर ना बदली,
ਉਹੀ ਚੀਜ਼ ਜੋ 20 ਸਾਲ ਪਹਿਲਾਂ ਵਾਲੀ ਹੈ, ਦਿਲ ਦਿਮਾਗ ਵਿੱਚ ਉਹੀ ਹੈ। ਉਹ ਤੇ ਮਹਾਰਾਜ ਜੀ ਕਹਿੰਦੇ ਵਿਸਰ ਜਾਣੀ ਚਾਹੀਦੀ ਸੀ, ਵਿਸਰ ਗਈ ਸਭ ਤਾਤ ਬਰਾਈ। ਜੇ ਅਜੇ ਵੀ ਦੁਸ਼ਮਣੀ ਉਸੇ ਤਰ੍ਹਾਂ ਹੀ ਦੁਸ਼ਮਣ ਨਾਲ ਬਣੀ ਹੋਈ ਹੈ, ਫਿਰ ਤੇਰਾ ਪੜਿਆ ਹੋਇਆ ਪ੍ਰਵਾਨ ਨਹੀਂ ਹੋਇਆ। ਜੇ ਦੁਸ਼ਮਣ ਮਿੱਤਰ ਬਣਨਾ ਸ਼ੁਰੂ ਹੋ ਗਿਆ, ਤੂੰ ਸਮਝ ਲਈ ਤੇਰਾ ਸੁਣਿਆ ਪੜਿਆ ਪ੍ਰਵਾਨ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਉਹਨਾਂ ਨੇ ਗੀਤ ਗਾਏ, ਕਿਨਾਂ ਨੇ? ਜਿਨ੍ਹਾਂ ਦੀ ਸੇਜ ਤੇ ਗੋਬਿੰਦ ਆ ਗਿਆ। ਮਿਲਸਈਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਲਵੇ ਦਾ ਮਤਲਬ ਹੁੰਦਾ ਹੈ ਗਲ ਨਾਲ ਲਾਉਣਾ, ਲਾਗੇ ਲਾਉਣਾ। ਇਹ ਮਾਲਵੇ ਦੀ ਬੋਲੀ ਹੈ, ਮਾਲਵਾ। ਉਹ ਕਹਿੰਦੇ ਲਵੇ 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 ਲਾਉਣਾ। ਮਹਾਰਾਜ ਜੀ ਕਹਿੰਦੇ ਹਰ ਜਿਹਾ ਅਵਰ ਨਾ ਦਿਸੇ, ਮੈਨੂੰ ਹਰੀ ਵਰਗਾ ਨਹੀਂ ਕੋਈ ਦਿਸਿਆ ਜਿਹੜਾ ਮੈਨੂੰ ਆਪਣੇ ਗਲ ਦੇ ਨਾਲ ਲਾਏ, ਕੰਠ ਲਾਏ। ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਰੱਬ ਨੂੰ ਜਾਣਨ ਦੇ ਲਈ ਰੱਬ ਵਰਗਾ ਹੋਣਾ ਪਏਗਾ। ਧਿਆਨ ਦੇਣਾ, ਰੱਬ ਨੂੰ ਪਾਉਣ ਦੇ ਲਈ ਰੱਬ ਵਰਗਾ ਹੋਣਾ ਪਏਗਾ, ਤੇ ਉਹਨੂੰ ਇਹ ਚੀਜ਼ ਧਾਰਨੀ ਕਰਨੀ ਪਏਗੀ, ਕੰਠ ਲਾਏ। ਉਹਨੂੰ ਸਾਰਿਆਂ ਨੂੰ ਆਪਣੇ ਗਲੇ ਦੇ ਨਾਲ ਲਾਉਣਾ ਪਏਗਾ। ਅਵਗੁਣ ਸਭ ਮੇਟੇ, ਗੁਣਾਂ ਨੂੰ ਉਹਨੂੰ ਧਿਆਨ ਦੇਣਾ ਪਏਗਾ, ਔਗੁਣਾਂ ਨੂੰ ਇਗਨੋਰ ਕਰਨਾ ਪਏਗਾ। ਅਵਗੁਣ ਸਭ ਮੇਟੇ। ਮਹਾਰਾਜ ਜੀ ਕਹਿੰਦੇ ਲਿਓ ਪ੍ਰਭੂ ਲੜ ਲਾਏ। ਇੱਕ ਹੋਰ ਪੰਕਤੀ ਹੈ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਔਰ ਉਹ ਦਿਆਲ ਪੁਰਖ ਮਿਹਰ ਕਰ ਦਿੰਦਾ। ਇਸੇ ਤਰ੍ਹਾਂ ਦਾ ਗੁਣ ਜਦੋਂ ਸਾਡੇ ਅੰਦਰ ਆ ਗਿਆ, ਸੋ ਮਹਾਰਾਜ ਜੀ ਕਹਿੰਦੇ ਫਿਰ ਸਾਨੂੰ ਵੀ ਉਹ ਪ੍ਰਮਾਤਮਾ ਆਪਣੇ ਲਵੇ, ਆਪਣੇ ਗਲ ਦੇ ਨਾਲ ਲਾ ਲੇਗਾ। ਉਹਦੇ ਤੋਂ ਬਗੈਰ ਹੋਰ ਕਿਸੇ ਨੇ ਲਵੇ ਲਾਉਣਾ ਨਹੀਂ, ਮਤਲਬ ਆਪਣੇ ਗਲ ਦੇ ਨਾਲ ਲਾਉਣਾ ਨਹੀਂ, ਸਾਡਾ ਦੁੱਖ ਦੂਰ ਕਰਨਾ ਨਹੀਂ। ਤੇ ਫਿਰ ਕੀ ਕਰਨਾ? ਆਖਰੀ ਪੰਕਤੀਆਂ ਵੱਲ ਚਲੀਏ। ਹਲਤ ਪਲਤ ਸਵਾਰਿਆਂ, ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਉਸ ਦਾ ਮਹਾਰਾਜ ਜੀ ਕਹਿੰਦੇ ਲੋਕ ਤੇ ਪ੍ਰਲੋਕ ਸਵਰ ਜਾਏਗਾ। ਉਸ ਨੂੰ ਇਸ ਦੁਨੀਆ ਦੇ ਵਿੱਚ ਸੁੱਖ ਤੇ ਦਰਗਾਹੀ ਸੁੱਖ ਅਵਸ਼ ਮਿਲਣਗੇ। ਹਲਤ ਪਲਤ ਸਵਾਰਿਆਂ ਨਿਸ਼ਚਲ ਦਿੱਤੀਆਂ ਨੇ ਜਾਏ। ਇਹ ਬਿਲਕੁਲ ਚੀਜ਼ ਨਿਸ਼ਚਿਤ ਹੈ, ਇਹਦੀ ਗਰੰਟੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਤੇਰਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਏਗਾ। ਸੋ ਸੰਸਾਰ ਸਾਗਰ ਤੇ ਰੱਖਿਆਨ ਬੌੜ ਨਾ ਜਨਮੈ ਧਾਏ। ਉਸ ਨੂੰ ਸੰਸਾਰ ਸਾਗਰ ਤੋਂ, ਸੰਸਾਰ ਨੂੰ ਅੱਗ ਦਾ ਸਾਗਰ, ਸੰਸਾਰ ਨੂੰ ਮੋਹ ਦਾ ਸਾਗਰ ਆਖਿਆ। ਗੁਰਬਾਣੀ ਵਿੱਚ ਲਿਖਿਆ ਅਗਨ ਸਾਗਰ, ਅਗਨ ਸਾਗਰ ਬੂੜਤ ਸੰਸਾਰਾ। ਅੱਗ ਦਾ ਸਾਗਰ ਹੈ, ਬੂੜਤ ਮਤਲਬ ਡੁੱਬ ਰਿਹਾ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਸੰਸਾਰ ਸਾਗਰ ਤੇ ਰੱਖੇ ਹਨ, ਬੌੜ ਨਾ ਜਨਮੇ ਧਾਏ। ਉਹਨਾਂ ਦੇ ਜਨਮ ਮਰਨ ਦਾ ਗੇੜ ਜਿਹੜਾ ਹੈ ਉਹਦਾ ਸਤਿਗੁਰ ਖਤਮ ਕਰ ਦਿੰਦਾ, ਸੰਸਾਰ ਸਾਗਰ ਤੋਂ ਤਰ ਜਾਂਦਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਆਖਰੀ ਪੰਕਤੀ ਜੀ, ਜੇਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਭਾਏ। ਸਾਡੀ ਜੀਵਾ ਇੱਕ ਹੈ, ਜੀਵਾ ਏਕ ਕਵਨ ਗੁਣ ਕਹੀਏ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਈਐ। ਕੋਟ ਅਪਰਾਧ ਹਮਾਰੇ ਖੰਡੋ। ਅਸੀਂ ਇਹ ਬੇਨਤੀ ਕਰਦੇ ਹਾਂ ਮਹਾਰਾਜ ਜੀ ਮੇਰੇ ਕੋਟ ਅਪਰਾਧ ਖਿਮਾ ਕਰ, ਬਖਸ਼। ਧਿਆਨ ਦੇਣਾ, ਜੀਵਨ ਦੇ ਵਿੱਚ ਖਿਮਾ ਉਸ ਨੂੰ ਮਿਲੇਗੀ, ਜੀਵਨ ਦੇ ਵਿੱਚ क्षमा ਉਸ ਨੂੰ ਮਿਲੇਗੀ, ਜੀਵਨ ਦੇ ਵਿੱਚ ਬਖਸ਼ਿਆ ਹੋ ਜਾਏਗਾ ਜਿਹੜਾ ਖੁਦ ਕਿਸੇ ਨੂੰ ਖਿਮਾ ਕਰਨਾ ਜਾਣਦਾ। ਜਿਹੜਾ ਸਾਰੀ ਜ਼ਿੰਦਗੀ ਦੁਸ਼ਮਣੀ ਰੱਖਦਾ, ਕਿਸੇ ਨੂੰ ਖਿਮਾ ਨਹੀਂ ਕਰਦਾ, ਤੇ ਉਹ ਕਵੇ ਰੱਬ ਜੀ ਤੁਸੀਂ ਮੈਨੂੰ ਖਿਮਾ ਕਰ ਦਿਓ, ਤੂੰ ਨਾ ਖਿਮਾ ਕਰੀ ਕਿਸੇ ਨੂੰ। ਧਿਆਨ ਦੇਣਾ, ਇਹ ਬਾਣੀ ਵਿੱਚ ਲਿਖਿਆ। ਅਸੀਂ ਕਹਿੰਦੇ ਆ ਮਹਾਰਾਜ ਜੀ ਸਾਨੂੰ ਬਖਸ਼ ਲਓ, ਸਾਨੂੰ ਸਾਡੇ ਗੁਨਾਹਾਂ ਨੂੰ ਬਖਸ਼ ਲਿਓ। ਤੇ ਮਹਾਰਾਜ ਜੀ ਕਹਿੰਦੇ ਤੂੰ ਬਖਸ਼ਣ ਦੀ ਇੱਛਾ ਰੱਖਦਾ। ਜੇ ਤੂੰ ਕਿਸੇ ਨੂੰ ਬਖਸ਼ਣਾ ਨਹੀਂ ਚਾਹੁੰਦਾ, ਤੂੰ ਕਹਿੰਦਾ ਨਹੀਂ ਏਦਾਂ ਹੀ ਦੁਸ਼ਮਣੀ ਰੱਖਣੀ ਹੈ, ਏਦਾਂ ਹੀ ਰੱਖਣਾ, ਤੇ ਫਿਰ ਤੂੰ ਵੀ ਨਹੀਂ ਬਖਸ਼ਿਆ ਜਾਏਗਾ, ਜਿੱਥੇ ਮਰਜੀ ਚਲਾ ਜਾਈਂ। ਜਿਨ੍ਹਾਂ ਨੇ ਦੂਜੇ ਨੂੰ ਸਾਧ ਸੰਗਤ ਜੀ ਤਾਰਿਆ ਉਹ ਧਰਿਆ, ਜਿਨ੍ਹਾਂ ਨੇ ਦੂਜੇ ਦੇ ਰਾਹ ਦੇ ਟੋਏ ਪੂਰੇ ਹੈ ਨਾ, ਟੋਏ ਉਹਦੇ ਪੂਰ ਹੋਏ ਨੇ। ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ, ਸਰਬੱਤ ਦਾ ਭਲਾ ਮੰਗਣ ਵਾਲੇ ਦਾ ਹੀ ਭਲਾ ਹੋਇਆ। ਘਰ ਭਲਾ ਪੜ੍ਹਦੇ ਆ ਨਾ
ਅਸੀਂ ਪੜ੍ਹਦੇ ਹਾਂ ਨਾ ਕਲਾਸਾਂ ਵਿੱਚ, ਕਰ ਭਲਾ ਹੋ ਭਲਾ, ਅੰਤ ਭਲੇਗਾ ਭਲਾ, ਮੇਰਾ ਭਲਾ ਹੋ ਜਾਏ ਬਾਕੀਆਂ ਦਾ ਨਾ ਹੋਵੇ, ਨਹੀਂ ਹੁੰਦਾ ਸਤਸੰਗ। ਇਸ ਕਰਕੇ ਦੂਜੇ ਨੂੰ ਖੁਸ਼ੀ ਦੇਣ ਵਾਲੇ ਨੂੰ ਖੁਸ਼ੀ ਮਿਲੇਗੀ, ਦੂਜੇ ਨੂੰ ਦੁੱਖ ਦੇਣ ਵਾਲੇ ਨੂੰ ਦੁੱਖ ਮਿਲੇਗਾ, ਚਾਹੇ ਕੋਈ ਆਪਣਾ ਚਾਹੇ ਕੋਈ ਬੇਗਾਨਾ। ਸਾਧ ਸੰਗਤ ਜੀ, ਕਿਸੇ ਨੂੰ ਕਦੀ ਦੁੱਖ ਨਹੀਂ ਦੇਣਾ ਚਾਹੀਦਾ। ਪਤਾ ਕੀ ਕਹਿੰਦੇ ਨੇ, ਜ਼ਮੀਂ आसमां हिल जाते हैं, जमी आसमां हिल जाते हैं किसी का दिल दुखाने के बाद। चाहे सस नौ का दिल दुखावे, चाहे नौ सस का दिल दुखावे, चाहे भाई भाई का दिल दुखावे, चाहे भैन भैन का दिल दुखावे, चाहे गुआंढी गुआंढी का दिल दुखावे, चाहे मित्र मित्र का दिल दुखावे। महाराज जी कहते मैं तेरी ड्यूटी ते आ ही नहीं सकता। बड़े प्रेम से सबको मिलना, बड़े प्रेम से सबको मिलना, मत भूलो इंसान रे, क्या जानो किस बेस में आकर मिल जाए भगवान रे। तुहानू की पता तुहाडे दर ते जिहड़ा आया वो भगवान ही होवे। त्रिलोचन दे दर ते आ ही गया सी, समा नहीं मेरे को, उहनूं पछाण ही नहीं आई। वो कहना मैंने नौकर रख लो जी, नौकर रख लो, भगवान आप आ गया, नौकर रख लो, ये साखी है मैं नहीं, हुण समा नहीं सुनाउण दा। मतलब कहण दा मतलब उर धारे जो अंतर नाम, सुखनी साह दीयां पंक्तियां कितनी बारी पढ़ियां, उर धारे जो अंतर नाम, सर्व मैं पेखे भगवान। गुरु नानक महाराज जी कहते इस कुत्ते दे उपर गलीचा दे दिओ। असी तो सैर करनी है, मतलब दूर दूर जाना, यात्रा करनी, उदासियां करनी, असी तुसीं सानूं सरोपे देई जाओगे, कंबलियां देई जाओगे, असी कित्थे लैके जाने ने। तुसीं ठंड करके सानूं कपड़ा लीड़ा दे रहे हो, आ कुकर है इहदे ते दे दिओ तारी, तुहाडी यही सेवा सफल है। पढ़िया ना पिछले महीने विच, माघ मजन संग साधुआं धूड़ी कर, इशनान हर का नाम ध्याए सुन सबना। सबना का मतलब मोना, काला, सिख, गोरा, अपने धर्म का, दूजे धर्म का, जीव जंतु, पशु जानवर, कुत्ता बिल्ला जो भी आ जाते ने, सबना नूं कर दान। सारियां दा महाराज जी कहते भला करी तां तेरा भला होना। ये थोड़ो जिहदे नाल मेरा प्यार है, तुसीं बहुत चंगे लगदे हो, ओदा भला करी जाए, ते जिहदे नाल नहीं बनदी ते ओदा बुरा करी जाए, नहीं भला होना, सज्जन ने नहीं आउणा। आखिरी पंक्ति, जिहवा एक अनेक गुण तेरे नानक चरनी पाए। महाराज जी कहते ओही तरनगे जिहड़े अपने इष्ट रब जां अपने नानक दे चरनां नाल लग जाणगे। गुरु दे चरण ने गुरु दी बाणी, गुरु दे चरण हन गुरु दी बाणी, बाणी गुरु, गुरु है बाणी, विच बाणी अमृत सारे। फल गुण नित सलाही है, जिसनों तिल ना तमाए। सो फग्गण दे महीने दे विच महाराज जी कहते नित रब दी सिफत सलाह करनी चाहिए है। नित जपीए सास ग्रास नाओ परवतगार दा, जिसनों तिल ना तमाए। और रब नूं साडे कोलों रत्ता जिन्ना भी कोई लालच नहीं, रब नूं साडे कोलों रत्ता जिन्ना भी लालच नहीं। इस करके उस लालच तों बगैर रब दी सिफत सलाह करनी चाहिए है। ये सी अज दे शब्द दा बड़ा ही प्यारा विचार, जो तुसीं प्रमाणा सहित, गुरबाणी दीयां पंक्तियां सहित बड़े ही बहुत वधिया तरीके दे नाल गुरु महाराज जी ने सेवा लई है। और हर एक शब्द की विचार जो श्रवण की है, वह जवाब पंक्तियां राही सुहाव जी ने शब्द श्रवण किया। देश प्रदेश श्रवण कर रहे हो, गुरु महाराज जी मेहर करन। आप जी दा आया इत्थे बैठिया, तिल तिल भेटा किया प्रवान करन। माघ दे महीने की समाप्ति हुई है, फग्गण दे महीने की आरंभता हुई है। संगत ने बहुत ही सत्कार प्रेम शरधा दे नाल सो हाजरियां भरियां हन। गुरु के लंगरां की सेवा की है। गुरु महाराज जी मेहर करन, सब दा ही तिल तिल भेटा किया दर दे प्रवान करन। जिन्हां ने भी सेवावां कीतियां हन महाराज जी सब दे नाम जानते हैं। बिन बोलिया सब किछ जानदा, किस आगे कीचे अरदास। पूरा महीना जिन्होंने रब का नाम लिया, सेवावां कीतियां। एक गल जरूर पल्ले बन के लै जानी, तुसीं किन्ने पैसे खर्च कीते, किन्ना सवेरे उठे, ते हुण तुहाडी कमाई नूं ते रंग भी ते लगना चाहिए है ना। जिहड़ा बीज बीजिया प्रफुल्लित नहीं होना चाहिए। इन्ने पैसे घरदियां दी मेहनत दे लाए ने, प्रफुल्लित करन दा तरीका लै लईए महाराज तो।
ਲੈ ਲਈਏ ਇੱਕ ਆਖਰੀ ਪੰਕਤੀ। ਮਹਾਰਾਜ ਜੀ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਅਸੀਂ ਗਾਇਆ ਵੀ, ਮੈਂ ਵੀ ਤੁਹਾਨੂੰ ਸੁਣਾਇਆ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੀ ਆਗਿਆ ਨਹੀਂ ਮੰਨੀ। ਆਖਰੀ ਪੰਕਤੀ ਹੋਰ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇ ਫਲ ਭਈ ਸਭ ਸੇਵਾ। ਕਾਮ ਵਾਸ਼ਨਾ ਕਿਸੇ ਦੀ ਚੰਮ ਨੂੰ ਦੇਖ ਕੇ ਗੰਦੀ ਸੋਚ ਰੱਖਣੀ। ਕ੍ਰੋਧ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਿਓ, ਕ੍ਰੋਧ ਦੇ ਵਿੱਚ ਰਹਿਣਾ, ਗੁੱਸੇ ਦੇ ਵਿੱਚ ਰਹਿਣਾ। ਜੇ ਇਹ ਮਹਾਰਾਜ ਜੀ ਕਹਿੰਦੇ ਨਾ ਵਿਸਰਿਆ, ਲੋਭ ਨਾ ਛੁੱਟਿਓ, ਲੋਭੀ, ਲੋਭ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਕੁੱਤਾ ਕੁੱਕਰ ਕਿਹਾ, ਲੱਭ ਕੁੱਤਾ ਸ਼੍ਰੀ ਰਾਗ ਦੇ ਵਿੱਚ। ਜੇ ਲੋਭ ਨਾ ਗਿਆ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ, ਨਿੰਦਾ ਬੜੀ ਭਿਆਨਕ ਹੈ। ਜੇ ਨਹੀਂ ਛੁੱਟੀ, ਨੇ ਫਲ ਪਈ ਸਭ ਸੇਵਾ। ਕੋਈ ਚੰਗਾ ਹੋਏਗਾ ਆਪਣੇ ਲਈ, ਮਾੜਾ ਹੋਏਗਾ ਆਪਣੇ ਲਈ। ਜੇ ਕਿਸੇ ਨੇ ਕੋਈ ਮਾੜਾ ਕਰਮ ਕੀਤਾ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਏ। ਇੱਥੇ ਕਹਿੰਦੇ ਨੇ ਭਈ ਅੱਗੇ ਤੇ ਹੁੰਦਾ ਸੀ ਨਾ ਸਤਜੁਗੀ ਤੇ ਤ੍ਰੇਤੇ ਵਾਲੇ, ਪਤਾ ਨਹੀਂ ਬਾਅਦ ਵਿੱਚ ਮਿਲਦਾ ਸੀ। ਇੱਥੇ ਹੀ ਉਹਨੂੰ ਮਿਲਣਾ ਵੀ ਚਾਹੀਦਾ। ਕੋਈ ਵੀ ਜਿਹੜਾ ਕੁਝ ਕਰਦਾ ਹੈ ਨਾ, ਮੈਂ ਅਰਦਾਸ ਕਰਨਾ ਗੁਰੂ ਮਹਾਰਾਜ ਦੇ ਅੱਗੇ, ਉਹ ਜੋ ਵੀ ਕੋਈ ਕਰਦਾ, ਚੰਗਾ ਵੀ ਕਰਦਾ ਮਾੜਾ ਵੀ ਕਰਦਾ, ਉਹਨੂੰ ਇੱਥੇ ਹੀ ਮਿਲਣਾ ਚਾਹੀਦਾ, ਤਾਂ ਜੋ ਦੁਨੀਆ ਨੂੰ ਇੱਕ ਮੈਸੇਜ ਜਾਏ ਵੀ ਰੱਬ ਦੇ ਨਾਲ ਜੁੜਨ ਦਾ ਕੀ ਫਾਇਦਾ ਤੇ ਰੱਬ ਦੇ ਨਾਲੋਂ ਟੁੱਟਣ ਦਾ ਕੀ ਫਾਇਦਾ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਮਿਹਰ ਕਰੇ, ਸਾਡਾ ਬੀਜ ਅੱਜ ਬੀਜਿਆ ਗਿਆ, ਇਹਨੇ ਪ੍ਰਫੁੱਲਤ ਹੋਣਾ। ਨਿੱਕਾ ਜਿਹਾ ਬੀਜ ਹੁੰਦਾ ਬੋੜ ਦਾ ਬੀਜ ਨਿੱਕਾ ਜਿਹਾ ਹੁੰਦਾ ਨਾ, ਤੇ ਜਦੋਂ ਵੱਡਾ ਬਣ ਜਾਂਦਾ ਦੇਖੋ ਕਿੰਨਾ ਫੈਲ ਕੇ ਕਿੰਨੀ ਛਾਂ ਦਿੰਦਾ। ਇਸ ਕਰਕੇ ਸਾਡਾ ਦਾਨ ਪ੍ਰਫੁੱਲਤ ਹੋਵੇ, ਸਾਡਾ ਪੜਿਆ ਸੁਣਿਆ ਪ੍ਰਫੁੱਲਤ ਹੋਵੇ। ਇਹਦੇ ਲਈ ਦੁਸ਼ਮਣੀ ਛੱਡ ਦੇਣੀ ਚਾਹੀਦੀ, ਨਫ਼ਰਤ ਛੱਡ ਦੇਣੀ ਚਾਹੀਦੀ। ਸਾਰਿਆਂ ਨਾਲ ਪਿਆਰ ਕਰੀਏ, ਪ੍ਰੇਮ ਦੇ ਗੀਤ ਗਾਈਏ, ਇੰਨੀ ਸੇਵਾ ਪ੍ਰਵਾਨ। ਸੋ ਆਓ ਅਗਲਾ ਪ੍ਰੋਗਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਸੈਕਟਰੀ ਸਾਹਿਬ ਭਾਈ ਦਲੇਰ ਸਿੰਘ ਜੀ ਆਪ ਜੀ ਨੂੰ ਸੰਗਤਾਂ ਦਾ ਧੰਨਵਾਦ ਕਰਨਗੇ, ਕਿਉਂਕਿ ਤੁਸੀਂ ਬਹੁਤ ਸੇਵਾ ਕੀਤੀ ਹੈ, ਤੁਸੀਂ ਬਹੁਤ ਹਿੱਸੇ ਪਾਏ ਨੇ ਗੁਰੂ ਕੇ ਲੰਗਰਾਂ ਦੇ ਵਿੱਚ। ਸੋ ਮੈਂ ਅਰਦਾਸ ਕਰਦਾ ਗੁਰੂ ਘਰ ਦੇ ਸੇਵਾਦਾਰਾਂ ਨੂੰ, ਤੁਹਾਨੂੰ ਸਾਰੀਆਂ ਸੰਗਤਾਂ ਨੂੰ ਤੰਦਰੁਸਤੀਆਂ ਮਹਾਰਾਜ ਜੀ ਦੇਣ। ਜਿਸ ਤਰ੍ਹਾਂ ਤੁਸੀਂ ਅੱਜ ਸਰਵਣ ਕਰਦੇ ਪਏ ਹੋ, ਰੋਜ਼ ਹੀ ਇਦਾਂ ਚੱਲਦਾ, ਰੱਬ ਦੀ ਸਿਫਤ ਇਦਾਂ ਹੀ ਚੱਲਦੀ। ਇਹ ਥੋੜ੍ਹਾ ਵੀ ਇੱਕ ਦਿਨ ਚੱਲਦੀ ਹੈ, ਇੱਥੇ ਰੋਜ਼ ਹੀ ਖਜ਼ਾਨੇ ਪਿਓ ਦਾਦੇ ਦਾ ਖੋਲ ਦਿੱਤਾ ਖਜ਼ਾਨਾ ਕਦੇ ਨਾ ਮੁੱਕਣ ਵਾਲਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੇਰਾ ਹੁਣ ਟਾਈਮ ਹੋ ਗਿਆ ਤੇ ਮੈਂ ਖਤਮ ਹੋ ਗਿਆ। ਹੋ ਸਕਦਾ ਸਰੀਰਕ ਕਰਕੇ ਮੇਰੀ ਜੀਵ ਸੁੱਕ ਸਕਦੀ ਹੈ, ਲਵ ਸੁੱਕ ਸਕਦੀ ਹੈ, ਪਰ ਰੱਬ ਦੀ ਸਿਫਤ ਨਹੀਂ ਮੁੱਕ ਸਕਦੀ। ਸੋ ਗੁਰੂ ਮਿਹਰ ਕਰੇ, ਤੁਹਾਨੂੰ ਤੰਦਰੁਸਤੀ ਦੇਵੇ, ਸਭ ਨੂੰ ਤੰਦਰੁਸਤੀ ਮਹਾਰਾਜ ਜੀ ਦੇਣੀ, ਔਰ ਸਭ ਦਾ ਹੀ ਭਲਾ ਕਰਨਾ। ਚਾਹੇ ਕੋਈ ਚੰਗੀ ਸੋਚ ਰੱਖਦਾ ਗੁਰੂ ਪਾਤਸ਼ਾਹ, ਜਿਹੜਾ ਚੰਗੀ ਸੋਚ ਰੱਖਦਾ ਉਹਨੂੰ ਹੋਰ ਚੰਗੀ ਸੋਚ ਦੇਣੀ, ਜੋ ਮਾੜੀ ਸੋਚ ਰੱਖਦਾ ਉਹਦੀ ਮਾੜੀ ਵੱਲ ਨਾ ਦੇਖਣਾ, ਉਹਨੂੰ ਵੀ ਚੰਗਾ ਬਣਾ ਦੇਣਾ। ਸਾਰਿਆਂ ਦਾ ਮਹਾਰਾਜ ਜੀ ਭਲਾ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ